ਕੈਂਪਸ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਆਪਣੀ ਸੀਰੀਜ਼ ਨੋ ਯੂਰ ਕੈਂਡੀਡੇਟਸ ਦੇ ਵਿੱਚ ਹੁਣ ਹੈ ਸੀਪੀਆਈ ਐਮਐਲ ਦੇ ਉਮੀਦਵਾਰ ਕਾਮਰੇਡ ਕਮਲਜੀਤ ਦੇ ਨਾਲ, ਜੋ ਕਿ ਚੰਡੀਗੜ੍ਹ ਲੋਕ ਸਭਾ ਚੁਣਾਵ ਤੋਂ ਇਲੈਕਸ਼ਨ ਲੜ ਰਹੇ ਨੇ। ਕਾਮਰੇਡ, ਕੀ ਮੁੱਦੇ ਨੇ, ਕੀ ਸੀਪੀਆਈ ਐਮਐਲ ਕਿਹੜੇ ਮੁੱਦੇ ਇਸ ਤਰ੍ਹਾਂ ਦੇ ਲੈ ਕੇ ਆਈ ਹੈ ਇਸ ਵਾਰ ਜਿਹੜੀ ਬਾਕੀ ਪਾਰਟੀਆਂ ਜਿਨ੍ਹਾਂ ਬਾਰੇ ਗੱਲ ਨਹੀਂ ਕਰ ਰਹੀ? ਦੇਖੋ, ਮੁੱਦੇ ਸਾਰੇ ਪਾਰਟੀਆਂ ਦੇ ਜਿਹੜੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮੁੱਦੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਮੁੱਦੇ ਗਾਇਬ ਨੇ, ਤੇ ਦੂਜਾ ਅਸੀਂ ਦੇਖ ਰਹੇ ਹਾਂ ਕਈ ਸਾਰੇ ਮੁੱਦੇ ਐਸੇ ਨੇ ਜਿਨ੍ਹਾਂ ਦੀ ਪੇਸ਼ਕਾਰੀ ਜਿਹੜੀ ਹੈ ਉਹ ਐਂਟੀ ਪੀਪਲ ਪੇਸ਼ਕਾਰੀ ਹੈ, ਉਹ ਲੋਕਾਂ ਦੇ ਹੱਕ ਦੇ ਵਿੱਚ ਪੇਸ਼ਕਾਰੀ ਨਹੀਂ ਬਲਕਿ ਉਸ ਦੇ ਖਿਲਾਫ ਪੇਸ਼ਕਾਰੀ ਹੈ। ਖਾਸ ਤੌਰ 'ਤੇ ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਜੋ ਨਾਰਾ ਮੇਨ ਬਣਾਇਆ ਉਹ ਹੈਗਾ ਆਪਣਾ ਘਰ ਪੱਕਾ ਰੋਜ਼ਗਾਰ ਹਰ ਨਾਗਰਿਕ ਕਾ ਹੋ ਅਧਿਕਾਰ। ਇਹ ਬਹੁਤ ਹੀ ਵਾਈਟਲ ਸਵਾਲ ਹੈ ਚੰਡੀਗੜ੍ਹ ਦਾ ਕਿ ਹਰ ਯੂਥ ਕੋਲ ਉਸਦਾ ਰੋਜ਼ਗਾਰ ਹੋਵੇ ਅਤੇ ਉਹਦੇ ਰਹਿਣ ਵਾਸਤੇ ਘਰ ਹੋਵੇ। ਇਹ ਮੈਂ ਸਮਝਦਾ ਹਰ ਸਿਟੀ ਦਾ, ਹਰ ਗਰੋਇੰਗ ਸਿਟੀ ਦਾ ਇਸ ਵੇਲੇ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਤੋਂ ਇਲਾਵਾ ਵੀ ਜਿੰਨੀਆਂ ਸਿਟੀਜ਼ ਨੇ ਦੇਸ਼ 'ਚ, ਇਹ ਮੁੱਦਾ ਗੰਭੀਰ ਮੁੱਦਾ ਹੈ ਕਿ ਬਹੁਤ ਸਾਰਾ ਯੂਥ ਹੈ ਬਿਲਕੁਲ ਸਵੇਰ ਤੋਂ ਲੈ ਕੇ ਇਹ ਪਤਾ ਨਹੀਂ ਹੁੰਦਾ ਕਿ ਅੱਜ ਸ਼ਾਮ ਤੱਕ ਅਸੀਂ ਕਰਨਾ ਕੀ ਹੈ। ਪੜ੍ਹ ਵੀ ਲਏ ਨੇ, ਲਿਖ ਵੀ ਲਏ ਨੇ, ਲੇਕਿਨ ਉਹਨਾਂ ਕੋਲ ਕੰਮ ਨਹੀਂ ਹੈ, ਉਹਨਾਂ ਕੋਲ ਰੁਜ਼ਗਾਰ ਨਹੀਂ ਹੈ। ਤਾਂ ਉਹਦਾ ਕਿਉਂ ਨਾ ਰਾਈਟ ਹੋਵੇ ਇੰਪਲੋਇਮੈਂਟ ਉਸਦਾ। ਅਸੀਂ ਇਹ ਸਵਾਲ ਲੈ ਕੇ ਰਾਈਟ ਟੂ ਇੰਪਲੋਇਮੈਂਟ ਐਂਡ ਸਬਸਿਸਟੈਂਸ ਅਸੀਂ ਕਹਿ ਰਹੇ ਰਾਈਟ ਹੋਵੇ, ਜਿਵੇਂ ਰਾਈਟ ਟੂ ਇਨਫੋਰਮੇਸ਼ਨ ਆਇਆ, ਰਾਈਟ ਟੂ ਫੂਡ ਲਿਆਂਦਾ ਗਿਆ, ਬਹੁਤ ਸਾਰੇ ਹੋਰ ਐਕਟਸ ਲਿਆਂਦੇ ਗਏ ਨੇ। ਉਸ ਤਰੀਕੇ ਨਾਲ ਰਾਈਟ ਟੂ ਇੰਪਲੋਇਮੈਂਟ ਐਂਡ ਸਬਸਿਸਟੈਂਸ ਇੱਕ ਐਕਟ ਹੋਣਾ ਚਾਹੀਦਾ ਜਿਹਦੇ ਵਿੱਚ ਜਦੋਂ ਵੀ ਨੌਜਵਾਨ ਜਿਹੜਾ ਉਹ 18 ਸਾਲ ਦਾ ਹੋ ਗਿਆ, ਉਹਨੇ ਪੜ੍ਹਾਈ ਜਿਹੜੀ ਕਰਨੀ ਸੀ ਕਰ ਲਈ, ਉਸ ਤੋਂ ਬਾਅਦ ਉਹ ਸਰਕਾਰ ਤੋਂ ਮੰਗ ਕਰ ਸਕੇ ਕਿ ਮੈਂ ਹੁਣ ਇਹ ਮੇਰੀ ਯੋਗਤਾ ਹੈ, ਇਹਦੇ ਮੁਤਾਬਕ ਮੇਰੇ ਕੋਲ ਕੰਮ ਹੋਣਾ ਚਾਹੀਦਾ, ਮੈਨੂੰ ਰੋਜ਼ਗਾਰ ਦਿੱਤਾ ਜਾਵੇ, ਮੇਰਾ ਕੋਈ ਬਿਜ਼ਨਸ ਵੀ ਨਹੀਂ ਚੱਲ ਰਿਹਾ। ਅਤੇ ਸਰਕਾਰ ਦੀ ਇਹ ਡਿਊਟੀ ਹੋਵੇ ਕਿ ਵਿਦਿਨ 6 ਮੰਥਸ ਉਸਨੂੰ ਜਾਂ ਤਾਂ ਉਸਦੇ ਅਕੋਰਡਿੰਗ ਟੂ ਉਸਦੀ ਯੋਗਤਾ ਇੱਕ ਡਿਗਨੀਫਾਈਡ ਇੰਪਲੋਇਮੈਂਟ ਦੇਵੇ, ਅਤੇ ਜਾਂ ਫਿਰ ਉਸਨੂੰ ਬੇਰੁਜ਼ਗਾਰੀ ਭੱਤਾ ਦੇਣਾ ਪਵੇ ਜਿੰਨੀ ਦੇਰ ਤੱਕ ਉਸਨੂੰ ਕੰਮ ਨਹੀਂ ਦਿੱਤਾ ਜਾਂਦਾ। ਕਮਲ ਜੀ, ਤੁਸੀਂ ਇਸ ਲੋਕ ਸਭਾ ਚੋਣਾਂ 'ਚ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹੋ, ਅਤੇ ਮੈਨੂੰ ਲੱਗ ਰਿਹਾ ਕਿ ਯੂਥ ਲਈ ਤੁਹਾਡੇ ਏਜੰਡੇ ਵਿੱਚ ਕਾਫੀ ਚੀਜ਼ਾਂ ਨੇ। ਅਤੇ ਜੇ ਆਪਾਂ ਗੱਲ ਕਰੀਏ ਸਿੱਖਿਆ ਬਜਟ ਦੀ, ਤਾਂ ਕੋਈ ਵੀ ਸਰਕਾਰ ਰਹੀ ਹੈ 2% ਤੋਂ ਵੱਧ ਸਿੱਖਿਆ ਬਜਟ ਕਿਸੇ ਨੇ ਨਹੀਂ ਅੱਜ ਤੱਕ ਦਿੱਤਾ। ਅਤੇ ਇਸ ਬਾਰੇ 'ਤੇ ਤੁਹਾਡੀ ਕੀ ਨੀਤੀ ਰਹੂਗੀ? ਸਾਡਾ ਇਹ ਕਹਿਣਾ ਕਿ ਘੱਟੋ ਘੱਟ 6% ਜਿਹੜਾ ਸਿੱਖਿਆ ਦਾ ਬਜਟ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ, ਔਰ ਉਹ ਖਰਚਿਆ ਨਹੀਂ ਜਾਂਦਾ। ਬੜੀ ਵਾਰੀ ਇਹ ਨੀਤੀ ਬਣਾ ਦਿੱਤੀ ਜਾਂਦੀ ਹੈ, ਲੇਕਿਨ ਕਦੀ ਵੀ ਸਿੱਖਿਆ ਦਾ ਜਿਹੜਾ 2% ਵੀ ਅਸੀਂ ਤੇ ਸ਼ੋਅ ਕਰ ਰਹੇ ਹਾਂ ਉਸਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਰਸਤੇ ਦੇ ਵਿੱਚ ਗੋਲ ਹੁੰਦਾ। ਸੋ ਜੇ ਠੋਸ ਜ਼ਮੀਨ ਤੱਕ ਜਿਹੜਾ ਪਹੁੰਚੇ, 6% ਜ਼ਮੀਨ ਤੱਕ ਪਹੁੰਚਣਾ ਚਾਹੀਦਾ ਬਜਟ ਦਾ, ਇਹ ਅਸੀਂ ਸਮਝਦੇ ਹਾਂ। ਖਾਸ ਤੌਰ 'ਤੇ ਪ੍ਰਾਇਮਰੀ ਐਜੂਕੇਸ਼ਨ ਦਾ ਚੰਡੀਗੜ੍ਹ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈ, ਚੰਡੀਗੜ੍ਹ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿੱਤੀ ਗਈ। ਨਤੀਜਾ ਕੀ ਹੋਇਆ? ਬਹੁਤ ਸਾਰੇ ਸਕੂਲਸ ਨੇ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਆ ਚੁੱਕੀਆਂ ਨੇ, ਮੀਡੀਆ ਰਿਪੋਰਟਸ ਨੇ ਉਸ ਦੀਆਂ, ਕਿ ਉਹ ਸਕੂਲ ਜਿਹੜੇ ਨੇ 2-2 ਸ਼ਿਫਟਾਂ 'ਚ ਚੱਲ ਰਹੇ ਨੇ ਬਿਕੋਜ਼ ਬਿਲਡਿੰਗ ਹੈ ਨਹੀਂ ਸਕੂਲ ਕੋਲ। ਸਕੂਲ ਨੇ ਬਿਜਲੀ ਦਾ ਬਿੱਲ ਨਹੀਂ ਦਿੱਤਾ ਹੋਇਆ। ਮਿਊਨਿਸਪਲ ਕਾਰਪੋਰੇਸ਼ਨ ਆਪਣੇ ਕਿਸਮ ਦੀ ਇੱਕ ਸੰਸਥਾ ਹੈ, ਉਹ ਐਜੂਕੇਸ਼ਨ ਵਰਗੇ ਵਾਈਟਲ ਇਸ਼ੂਜ਼ ਨੂੰ ਨਹੀਂ ਟੇਕਅਪ ਕਰਨ ਦੀ ਪੋਜੀਸ਼ਨ ਦੇ ਵਿੱਚ, ਤੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਭਾਰ ਘਟਾਉਣ ਦੇ ਨਾਤੇ, ਯਾਨੀ ਉਹ ਐਜੂਕੇਸ਼ਨ ਨੂੰ ਭਾਰ ਸਮਝਦੇ ਨੇ। ਔਰ ਹੈਰਾਨੀਜਨਕ ਗੱਲ ਇਹ ਹੈ, ਚੰਡੀਗੜ੍ਹ ਦੇ ਸਿਟਿੰਗ ਐਮਪੀ ਨੇ ਉਸਦਾ ਕਦੀ ਵਿਰੋਧ ਨਹੀਂ ਕੀਤਾ। ਉਹਨਾਂ ਨੇ ਵਿਰੋਧ ਤੱਕ ਇਸ ਗੱਲ ਦਾ ਨਹੀਂ ਕੀਤਾ, ਜਦਕਿ ਉਹਨਾਂ ਨੂੰ ਕਰਨਾ ਬਣਦਾ ਸੀ ਕਿ ਐਜੂਕੇਸ਼ਨ ਬਹੁਤ ਵਾਈਟਲ ਮਸਲਾ ਹੈ, ਇਸ ਦੇ ਉੱਤੇ ਬਲਕਿ ਹੋਰ ਜ਼ਿਆਦਾ ਫੰਡਸ ਐਲੋਕੇਟ ਹੋਣ, ਹੋਰ ਜ਼ਿਆਦਾ ਸਟਾਫ ਉਹਨਾਂ ਨੂੰ ਮਿਲੇ, ਔਰ ਰੈਗੂਲਰ ਹੋਰ ਸਟਾਫ। ਐਟ ਪ੍ਰੈਜ਼ੈਂਟ ਐਜੂਕੇਸ਼ਨ ਜਿਹੜੀ ਚੱਲ ਵੀ ਰਹੀ ਹੈ, ਹਾਇਰ ਐਜੂਕੇਸ਼ਨ, ਕੰਟਰੈਕਚੁਅਲ ਸਟਾਫ ਰੱਖਿਆ ਹੋਇਆ। ਤੁਸੀਂ ਉਮੀਦ ਕਰ ਸਕਦੇ ਹੋ ਕਿ ਇੱਕ ਪ੍ਰੋਫੈਸਰ ਜਿਹੜਾ ਹੈਗਾ ਉਸ ਨੂੰ ਤੁਸੀਂ ਕੰਟਰੈਕਟ ਦੇ ਉੱਤੇ ਰੱਖ ਲੈਂਦੇ ਹੋ, ਹਰ ਵੇਲੇ ਤਲਵਾਰ ਉਸਦੇ ਸਿਰ ਦੇ ਉੱਤੇ ਲਟਕ ਰਹੀ ਹੈ ਕਿ ਉਸਨੂੰ ਕਦੇ ਵੀ ਬਾਹਰ ਕੱਢਿਆ ਜਾ ਸਕਦਾ ਹੈ, ਔਰ ਉਸ ਬੰਦੇ ਤੋਂ ਤੁਸੀਂ ਕਿਹੋ ਜਿਹੀ ਐਜੂਕੇਸ਼ਨ ਦੀ ਉਮੀਦ ਕਰਦੇ ਹੋ? ਕਿਸ ਕਿਸਮ ਨਾਲ ਉਹ ਪੜ੍ਹਾਏਗਾ ਬੱਚਿਆਂ ਨੂੰ? ਤਾਂ ਰੈਗੂਲਰ ਉਸ ਨੂੰ ਕੀਤਾ ਜਾਣਾ ਚਾਹੀਦਾ, ਇਹ ਮੈਂ ਮੰਗ ਕਰ ਰਿਹਾ। ਜਦ ਤੁਸੀਂ ਹੁਣ ਗੱਲ ਕੀਤੀ ਹੈ ਸਿਟਿੰਗ ਐਮਪੀ ਦੀ, ਮੈਂ ਪੁੱਛਣਾ ਚਾਹੁੰਦਾ ਕਿ ਬਾਕੀ ਕੈਂਡੀਡੇਟਸ ਬਾਰੇ ਜੇ ਤੁਸੀਂ ਥੋੜ੍ਹੇ ਸ਼ਬਦਾਂ ਵਿੱਚ ਦੱਸੋ ਕਿ ਬਾਕੀ ਕੈਂਡੀਡੇਟ ਨੂੰ ਛੱਡ ਕੇ ਤੁਹਾਨੂੰ ਹੀ ਕਿਉਂ ਵੋਟ ਕੀਤਾ ਜਾਵੇ? ਦੇਖੋ, ਕਾਂਗਰਸ ਬੜੀ ਦੇਰ ਤੱਕ ਇਸ ਵਾਰ ਨਾਮ ਅਨਾਊਂਸ ਨਹੀਂ ਕਰ ਪਾਈ ਕੈਂਡੀਡੇਟ ਦਾ। ਬੰਸਲ ਸਾਹਿਬ ਦਾ ਨਾਮ ਬੜੀ ਲੇਟ ਜਾ ਕੇ ਅਨਾਊਂਸ ਹੋਇਆ, ਚੋਣਾਂ ਦੇ ਅਨਾਊਂਸਮੈਂਟ ਤੋਂ ਕਾਫੀ ਬਾਅਦ ਜਾ ਕੇ ਅਨਾਊਂਸ ਹੋਇਆ। ਵਜ੍ਹਾ ਉਹਨਾਂ ਦੀ ਵਿਦਿਨ ਪਾਰਟੀ ਬਹੁਤ ਸਾਰਾ ਵਿਰੋਧ ਸੀ ਕਿ ਕਿਉਂਕਿ ਉਹਨਾਂ ਦੇ ਉੱਤੇ ਬੜੇ ਗੰਭੀਰ ਜਿਹੜੇ ਕਰਪਸ਼ਨ ਦੇ ਚਾਰਜਿਸ ਨੇ, ਜਿਹੜਾ ਬਹੁਤ ਹੀ ਲੋਕਾਂ ਦੇ ਵਿੱਚ ਬੜਾ, ਉਹ ਜਿੰਨਾ ਮਰਜ਼ੀ ਕਹਿਣ ਕਿ ਮੇਰਾ ਨਾਮ ਉਸ ਦੇ ਵਿੱਚ ਨਹੀਂ ਆਇਆ, ਲੇਕਿਨ ਉਹਨਾਂ ਦੇ ਭਾਣਜੇ ਨੇ 8 ਕਰੋੜ ਦੀ ਰਿਸ਼ਵਤ ਤੈਅ ਕੀਤੀ, ਔਰ ਰੇਲਵੇ ਮਿਨਿਸਟਰੀ ਦੇ ਵਿੱਚ ਉਹ ਖੁਦ ਬੈਠੇ ਸੀ, ਅਤੇ ਰੇਲ ਦੇ ਨਾਲ ਸੰਬੰਧਿਤ ਉਹ ਮਾਮਲਾ ਸੀ, ਜਿਹਦੇ ਕਰਕੇ ਬੜੀ ਦੇਰ ਤੱਕ ਉਹਨਾਂ ਦਾ ਨਾਮ ਕਲੀਅਰ ਨਹੀਂ ਕਰ ਪਾਈ ਕਾਂਗਰਸ। ਔਰ ਉਸ ਤੋਂ ਬਾਅਦ ਫਾਈਨਲੀ ਕਲੀਅਰ ਇਸ ਕਰਕੇ ਕਰਨਾ ਪਿਆ ਕਿਉਂਕਿ ਹੋਰ ਕੋਈ ਕੈਂਡੀਡੇਟ ਵੀ ਕਾਂਗਰਸ ਨੂੰ ਇਸ ਕਿਸਮ ਦਾ ਨਹੀਂ, ਯਾਨੀ ਉਹਨਾਂ ਦੇ ਸਾਰੀਆਂ ਜਿਹੜੇ ਜੋੜ ਤੋੜ ਸੀ ਉਹਦੇ ਵਿੱਚੋਂ ਉਹਨਾਂ ਨੂੰ ਫਾਈਨਲੀ ਇਹਨਾਂ ਦੇ ਉੱਤੇ ਹੀ ਰੈਸਟ ਅਪੋਨ ਕਰਨਾ ਪਿਆ। ਸੋ ਮੇਰੀ ਉਹਨਾਂ ਬਾਰੇ ਕਹਿਣਾ ਇੰਨਾ ਹੀ ਹੈ। ਜਨਤਾ ਸਿਆਣੀ ਹੈ, ਆਪ ਸਮਝ ਜਾਏਗੀ। ਦੂਜੇ 2 ਕੈਂਡੀਡੇਟਸ ਨੇ, ਖਾਸ ਤੌਰ 'ਤੇ ਭਾਰਤੀ ਜਨਤਾ ਪਾਰਟੀ। ਅਸੀਂ ਚੈਲੰਜ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਰਾਮ ਮੰਦਿਰ ਦੇ ਨਾਂ 'ਤੇ ਮੰਗੇ ਨਾ ਵੋਟਾਂ ਚੰਡੀਗੜ੍ਹ 'ਚੋਂ ਆ ਕੇ, ਲੜਵਾਵੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ, ਤੇ ਦੇਖ ਲੈਂਦੇ ਹਾਂ ਕਿ ਉਹਨਾਂ ਨੂੰ ਕਿੰਨੇ ਕੁ ਲੋਕ ਸਪੋਰਟ ਕਰਨਗੇ। ਜਿਹੜਾ ਉਹਨਾਂ ਦਾ ਫਾਸਿਸਟ ਏਜੰਡਾ ਹੈ
ਜਿਹੜਾ ਆਰਐਸਐਸ ਦਾ ਏਜੰਡਾ ਸੀ, ਜਿਹੜਾ ਹਿੰਦੂਤਵ ਦਾ ਏਜੰਡਾ ਲੈ ਕੇ ਅੱਜ ਤੱਕ ਚੱਲਦੇ ਰਹੇ ਨੇ, ਉਸ ਏਜੰਡੇ ਤੋਂ ਬੀਜੇਪੀ ਨੂੰ ਲੱਗਦਾ ਹੈ ਕਿ ਹੁਣ ਲੋਕਾਂ ਦੇ ਸਪੋਰਟ ਨਹੀਂ ਮਿਲਣਾ, ਇਸ ਕਰਕੇ ਉਹ ਚਿਹਰੇ ਸਾਹਮਣੇ ਲਿਆ ਰਹੇ ਨੇ। ਨੈਸ਼ਨਲੀ ਮੋਦੀ ਸਾਹਿਬ ਦਾ ਚਿਹਰਾ ਤੇ ਲੋਕਲੀ ਉਹਨਾਂ ਨੇ ਬਾਲੀਵੁੱਡ ਤੋਂ ਚਿਹਰਾ ਮੰਗਵਾਇਆ ਬਕਾਇਦਾ, ਉਹਨੂੰ ਉਹ ਇਲੈਕਸ਼ਨ ਦੇ ਵਿੱਚ ਉਤਾਰ ਰਹੇ ਆ। ਮੈਨੂੰ ਨਹੀਂ ਲੱਗਦਾ ਕਿ ਜਨਤਾ ਜਿਹੜੀ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਭ੍ਰਮਿਤ ਹੋ ਸਕਦੀ ਹੈ, ਡਾਇਵਰਟ ਹੋ ਸਕਦੀ ਹੈ। ਲੋਕਾਂ ਨੂੰ ਬੜੀ ਉਮੀਦ ਸੀ ਆਮ ਆਦਮੀ ਤੋਂ, ਆਮ ਆਦਮੀ ਪਾਰਟੀ ਤੋਂ ਜਨਤਾ ਨੂੰ ਉਮੀਦ ਸੀ ਕਿ ਉਹ ਚੇਂਜ ਨੂੰ ਰਿਪਰੈਜ਼ੈਂਟ ਕਰਦੇ ਨੇ, ਲੇਕਿਨ ਚੇਂਜ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਜੋ ਦਿੱਲੀ 'ਚ ਉਹਨਾਂ ਨੇ ਕੀਤਾ, ਦਿੱਲੀ 'ਚ ਅਸੀਂ ਬੜਾ ਵੈਲਕਮ ਕੀਤਾ ਸੀ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਸਰਕਾਰ ਬਣੀ। ਅਸੀਂ ਇਹ ਕਹਿ ਕੇ ਵੈਲਕਮ ਕੀਤਾ ਸੀ ਕਿ ਜਿਹੜੀ ਸੜਕ ਦੀ ਰਾਜਨੀਤੀ ਹੈ, ਸੜਕ ਦੇ ਉੱਤੇ ਜਿਹੜੇ ਸੰਘਰਸ਼ ਜਨਤਾ ਲੜਦੀ ਹੈ, ਉਹਨਾਂ ਸੰਘਰਸ਼ਾਂ ਨੂੰ ਅਸੈਂਬਲੀ ਤੇ ਸੰਸਦ 'ਚ ਰਿਪਰੈਜ਼ੈਂਟ ਹੋਣਾ ਚਾਹੀਦਾ। ਅਸੀਂ ਇਹ ਕਹਿ ਕੇ ਉਸ ਨੂੰ ਵੈਲਕਮ ਕੀਤਾ ਸੀ। ਲੇਕਿਨ ਚੰਡੀਗੜ੍ਹ 'ਚ ਅਸੀਂ ਦੇਖ ਰਹੇ ਹਾਂ ਕਿ ਉਹ ਐਸੇ ਕੈਂਡੀਡੇਟਸ ਨੂੰ ਉਤਾਰ ਪਾਉਂਦੇ ਨੇ ਜਿਹੜੇ ਦਾ ਕੋਈ ਟਰੈਕ ਰਿਕਾਰਡ ਨਹੀਂ ਕਿ ਉਹਨਾਂ ਨੇ ਬਹੁਤ ਲੋਕਾਂ ਦੇ ਸੰਘਰਸ਼ਾਂ ਦੇ ਨਾਲ ਉਹਨਾਂ ਦਾ ਕਦੇ ਕੋਈ ਲੈਣ ਦੇਣ ਲਿਆ ਹੋਵੇ। ਸੋ ਸਾਨੂੰ ਲੱਗਦਾ ਹੈ ਕਿ ਇਹ ਇੱਕ ਬੜਾ ਮੈਂ ਕਹਾਂਗਾ ਕਰੂਅਲ ਜੋਕ ਹੈ ਚੰਡੀਗੜ੍ਹ ਦੀ ਜਨਤਾ ਨਾਲ, ਜਦੋਂ ਇਹ ਪਾਰਟੀਆਂ ਚੰਡੀਗੜ੍ਹ ਦੀ ਜਨਤਾ ਨੂੰ ਇਹ ਸਟੇਟਮੈਂਟ ਦਿੰਦੀਆਂ ਨੇ ਕਿ ਸਾਡੇ ਕੋਲ ਤੁਹਾਨੂੰ ਦੇਣ ਵਾਸਤੇ ਭ੍ਰਿਸ਼ਟ ਜਾਂ ਇਹ ਜਿਹੜੇ ਐਕਟਰਸ ਨੇ ਉਹਨਾਂ ਤੋਂ ਬਿਨਾਂ ਕੁਝ ਨਹੀਂ ਹੈ। ਇਹ ਕਰੂਅਲ ਜੋਕ ਹੈ। ਅਸੀਂ ਸਮਝਦੇ ਹਾਂ ਉਹ ਇਹ ਕਹਿਣਾ ਚਾਹ ਰਹੇ ਹਾਂ ਕਿ ਚੰਡੀਗੜ੍ਹ ਦੀ ਜਨਤਾ ਨੂੰ ਸਿਰਫ ਐਂਟਰਟੇਨਰ ਚਾਹੀਦਾ, ਚੰਡੀਗੜ੍ਹ ਦੀ ਜਨਤਾ ਨੂੰ ਇੱਕ ਚਿਹਰਾ ਚਾਹੀਦਾ, ਸਿਰਫ ਉਹਨੂੰ ਮੁੱਦੇ ਨਹੀਂ ਹੈ, ਉਸਦੇ ਕੋਈ ਡੈਮੋਕ੍ਰੈਟਿਕ ਏਜੰਡਾ ਨਹੀਂ ਹੈ, ਉਸਦੇ ਰੈਗੂਲਰਾਈਜੇਸ਼ਨ ਦਾ ਸਵਾਲ। ਇੱਥੇ 50,000 ਤੋਂ ਉੱਪਰ ਕੰਟਰੈਕਟ ਇੰਪਲੋਈ ਹੈ, ਰੈਗੂਲਰਾਈਜੇਸ਼ਨ ਦਾ ਸਵਾਲ ਲਟਕ ਰਿਹਾ। ਕੀ ਕਰਨਗੇ ਬਾਲੀਵੁੱਡ ਵਾਲੇ ਉਹਦੇ ਵਿੱਚ? ਦੂਸਰੀ ਗੱਲ ਇਹ ਹੈ ਕਿ ਜਿੱਦਾਂ ਦਿੱਲੀ ਇੱਕ ਯੂਟੀ ਹੈ, ਦਿੱਲੀ ਵਿੱਚ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਐਮਐਲਏ ਥਰੂ ਹੁੰਦੀ ਹੈ, ਚੰਡੀਗੜ੍ਹ ਵੀ ਇੱਕ ਯੂਟੀ ਹੈ। ਇਸ ਤਰ੍ਹਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਲੋਕਾਂ ਦੀ ਸਿੱਧੀ ਨਹੀਂ ਹੈ। ਜੋ ਅਫਸਰਸ਼ਾਹੀ ਦਾ ਮਨ ਕਰਦਾ ਹੈ ਉਸ ਤਰੀਕੇ ਦੇ ਉਹ ਫੈਸਲੇ ਲੈ ਸਕਦੇ ਨੇ। ਕੀ ਤੁਸੀਂ ਸਮਝਦੇ ਹੋ ਕਿ ਲੋਕਾਂ ਦੀ ਸਾਡੇ ਮੈਨੀਫੈਸਟੋ ਦੇ ਵਿੱਚ ਇਸ ਦੇ ਉੱਤੇ ਇੱਕ ਪਾਰਟਿਕੂਲਰ ਪੁਆਇੰਟ ਹੈ, ਸਾਡੇ ਮੈਨੀਫੈਸਟੋ ਦੇ ਵਿੱਚ ਲੋਕਤੰਤਰ। ਲੋਕਤੰਤਰ ਦੇ ਸਵਾਲ ਤੇ ਅਸੀਂ ਸਮਝਦੇ ਹਾਂ ਚੰਡੀਗੜ੍ਹ ਬਹੁਤ ਹੀ ਵਰਸਟ ਐਗਜ਼ਾਮਪਲ ਹੈ ਕਿ ਜਿੱਥੇ ਅੱਜ ਵੀ ਕਲੋਨੀਅਲ ਟਾਈਪ ਆਫ ਐਟਮੋਸਫੇਅਰ ਹੈ। ਅੱਜ ਵੀ ਇੱਥੇ ਦਾ ਡੀਸੀ ਜਿਹੜਾ ਹੈਗਾ ਉਹ ਉਹੋ ਜਿਹਾ ਡੀਸੀ ਹੈ ਜਿਸ ਤਰ੍ਹਾਂ ਦੇ ਕਲੈਕਟਰ ਸਾਹਿਬ ਜੋ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਜੋ ਲੋਕ ਇਮੈਜਿਨ ਕਰਦੇ ਨੇ, ਇੱਕ ਕਰੂਅਲ ਕਿਸਮ ਦਾ ਬੰਦਾ ਜਿਹਦੇ ਜੋ ਦਿਲ ਚ ਆਵੇ, ਜੇ ਉਹ ਖੁਸ਼ ਹੈ ਤਾਂ ਉਹ ਸਾਰਾ ਦੇਸ਼ ਖੁਸ਼ ਹੈ, ਜੇ ਉਹ ਦੁਖੀ ਹੈ ਤਾਂ ਕਿਸੇ ਤੇ ਵੀ ਲਾਠੀ ਚਾਰਜ ਹੋ ਜਾਏਗਾ। ਇਸ ਕਿਸਮ ਦੀ ਤਾਨਾਸ਼ਾਹੀ ਚੰਡੀਗੜ੍ਹ ਦੇ ਵਿੱਚ ਹੈ। ਡੀਸੀ ਔਰ ਇੱਥੇ ਦਾ ਹੋਮ ਸੈਕਟਰੀ ਔਰ ਇੱਥੇ ਦਾ ਫਾਈਨੈਂਸ ਸੈਕਟਰੀ, ਤਿੰਨ ਬੰਦੇ ਨੇ, ਇਹਨਾਂ ਦਾ ਪੂਰਾ ਰਾਜ ਚੱਲਦਾ ਹੈ। ਇਹ ਤਿੰਨੋਂ ਮਿਲ ਕੇ ਮੈਨੂੰ ਲੱਗਦਾ ਜੇ ਕਿਸੇ ਦਿਨ ਇਹ ਤੈਅ ਕਰ ਦੇਣ ਕਿ ਚੰਡੀਗੜ੍ਹ ਦੇ ਉੱਤੇ ਬੁਲਡੋਜ਼ਰ ਫੈਲਾ ਦਈਏ ਤਾਂ ਇਹ ਉਹ ਵੀ ਫੈਲਾ ਸਕਦੇ ਨੇ। ਇਹ ਇੰਨੇ ਪਾਵਰਫੁਲ ਨੇ ਚੰਡੀਗੜ੍ਹ ਦੇ ਵਿੱਚ, ਔਰ ਇਹਨਾਂ ਦੇ ਵਾਸਤੇ ਇਹਨਾਂ ਦਾ ਰਾਈਟ ਹੈਂਡ ਬਣ ਕੇ ਕੰਮ ਕਰਦੀ ਹੈ ਇੱਥੇ ਦਾ ਪੁਲਿਸ ਦਾ ਐਸਐਸਪੀ। ਸੋ ਇਹ ਜਿਹੜੀ ਟੌਪ ਲੈਵਲ ਦੀ ਬਿਊਰੋਕ੍ਰੇਸੀ ਹੈ, ਇਹਦੇ ਉੱਤੇ ਜਨਤਾ ਦੀ ਕੋਈ ਜਵਾਬਦੇਹੀ ਨਹੀਂ ਹੈ, ਇਹਨਾਂ ਦੀ ਕੋਈ ਜਨਤਾ ਪ੍ਰਤੀ ਜਵਾਬਦੇਹੀ ਨਹੀਂ। ਅਸੀਂ ਇਹ ਸਮਝਦੇ ਹਾਂ ਜ਼ਰੂਰ ਇੱਕ ਐਸੀ ਬਾਡੀ ਹੋਣੀ ਚਾਹੀਦੀ ਹੈ ਜਿਹੜੀ ਜਨਤਾ ਦੁਆਰਾ ਚੁਣੀ ਗਈ ਹੋਵੇ, ਜਿਹਦੇ ਪ੍ਰਤੀ ਇਹ ਜਿਹੜੀ ਟੌਪ ਬਿਊਰੋਕ੍ਰੇਸੀ ਹੈ ਇਹ ਉਹਦੇ ਅੰਡਰ ਹੋਵੇ, ਇਹ ਉਹਨੂੰ ਜਵਾਬਦੇਹ ਹੋਵੇ। ਔਰ ਚੰਡੀਗੜ੍ਹ ਦਾ ਜਿਵੇਂ ਮਾਸਟਰ ਪਲਾਨ ਦਾ ਸਵਾਲ ਹੈ, ਮਾਸਟਰ ਪਲਾਨ ਬਣਾ ਰਹੇ, ਮਾਸਟਰ ਪਲਾਨ ਦੀ ਕਮੇਟੀ ਦੇ ਵਿੱਚ ਐਮਪੀ ਨੂੰ ਤਾਂ ਰੱਖਿਆ ਹੀ ਨਹੀਂ ਗਿਆ ਸੀ, ਪਰ ਮੈਂ ਕਹਿੰਦਾ ਚਲੋ ਜੇ ਰੱਖ ਵੀ ਲੈਣ ਤਾਂ ਸਿੰਗਲ ਐਮਪੀ ਕਿਵੇਂ ਪੂਰੇ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕਰ ਦੇਗਾ? ਤਾਂ ਮਾਸਟਰ ਪਲਾਨ ਵਰਗੇ ਕੰਮ ਜਿਹੜੇ ਨੇ ਇਹ ਉਸ ਬਾਡੀ ਕੋਲ ਹੋਣੇ ਚਾਹੀਦੇ ਨੇ ਜਿਹੜੀ ਬਾਡੀ ਪੂਰੇ ਚੰਡੀਗੜ੍ਹ ਤੋਂ ਚੁਣੀ ਗਈ ਹੋਵੇ, ਲੋਕਾਂ ਨੇ ਵੋਟਾਂ ਪਾ ਕੇ ਚੁਣੀ ਹੋਵੇ, ਲੋਕਾਂ ਦੇ ਰਿਪਰੈਜ਼ੈਂਟੇਟਿਵ ਉਹਦੇ ਵਿੱਚੋਂ ਉਹ ਮਾਸਟਰ ਪਲਾਨ ਬਣਾਵੇ, ਉਹ ਚੰਡੀਗੜ੍ਹ ਦੀ ਫਾਈਨੈਂਸ਼ੀਅਲ ਯੋਜਨਾ ਬਣਾਵੇ, ਉਹ ਚੰਡੀਗੜ੍ਹ ਦੇ ਵਿੱਚ ਲਾਅ ਐਂਡ ਆਰਡਰ ਜਿਹੜੀ ਹੈ ਉਸ ਦੇ ਉੱਤੇ ਸੁਪਰੀਮ ਆਪਣੀ ਰੱਖੇ। ਚੰਡੀਗੜ੍ਹ ਦੇ ਵਿੱਚ ਇੰਪਲੋਈਜ਼ ਨੇ ਵੱਡੀ ਗਿਣਤੀ ਦੇ ਵਿੱਚ, ਵਰਕਰਸ ਨੇ, ਉਹਨਾਂ ਦੇ ਕਿਹੜੇ ਲਾਜ਼ ਲਾਗੂ ਹੋਣੇ ਨੇ, ਕਿਹੜੇ ਨਹੀਂ ਹੋ ਰਹੇ, ਕਿਹੜੇ ਬਣਨੇ ਚਾਹੀਦੇ ਨੇ, ਇਹਦੇ ਬਾਰੇ ਉਹ ਕਮੇਟੀ ਚਿੰਤਿਤ ਹੋਵੇ। ਇਸ ਕਿਸਮ ਦੀਆਂ ਪਾਵਰਸ ਉਸ ਕਮੇਟੀ ਕੋਲ ਹੋਣ। ਲੈਂਗੁਏਜ ਦਾ ਕੁਐਸਚਨ ਬੜਾ ਇੰਪੋਰਟੈਂਟ ਹੈ ਚੰਡੀਗੜ੍ਹ 'ਚ। ਅੱਜ ਵੀ ਤੁਹਾਨੂੰ ਹੈਰਾਨੀ ਹੋਏਗੀ ਸਰਕਾਰੀ ਭਾਸ਼ਾ ਚੰਡੀਗੜ੍ਹ ਦੀ ਇੰਗਲਿਸ਼ ਹੈ, ਜਦਕਿ ਇੱਥੇ ਰਹਿਣ ਵਾਲੀ ਮੈਜੋਰਿਟੀ ਜਨਤਾ ਮੈਂ ਕਹਿੰਦਾ ਹਿੰਦੀ ਜਾਂ ਪੰਜਾਬੀ, ਇਹ ਦੋ ਬੋਲੀਆਂ ਦੇ ਵਿੱਚ ਮੈਜੋਰਿਟੀ ਜਨਤਾ ਕਵਰ ਹੁੰਦੀ ਹੈ। ਲੇਕਿਨ ਨਹੀਂ ਹੈ ਕਿਉਂਕਿ ਸਰਕਾਰੀ ਭਾਸ਼ਾ ਉਹ ਕੋਈ ਵੀ ਕਿਤੇ ਦਾ ਕੇਡਰ ਦਾ ਕੋਈ ਆਈਪੀਐਸ ਆਫੀਸਰ ਆ ਜਾਂਦਾ ਹੈ ਤੇ ਉਹਨਾਂ ਦੀ ਸੁਵਿਧਾ ਦੇ ਅਨੁਸਾਰ ਇੱਥੇ ਸਰਕਾਰੀ ਬੋਲੀ ਚੁਣੀ ਗਈ ਹੈ। ਸੋ ਇਸ ਕਿਸਮ ਦਾ ਕਲੋਨੀਅਲ ਰੂਲ ਅਸੀਂ ਸਮਝਦੇ ਹਾਂ ਬੰਦ ਹੋਣਾ ਚਾਹੀਦਾ। ਇੱਕ ਡੈਮੋਕ੍ਰੈਟਿਕ ਸਟਰਕਚਰ ਚੰਡੀਗੜ੍ਹ 'ਚ ਸੈਟਅਪ ਹੋਣਾ ਚਾਹੀਦਾ। ਬਹੁਤ ਇਹਦੀ ਪ੍ਰੋਵੀਜ਼ਨ ਹੈ ਵਿਦਨ ਯੂਟੀ ਐਕਟ, ਜਿਹੜਾ ਯੂਨੀਅਨ ਟੈਰੀਟਰੀ ਐਕਟ ਹੈ ਉਹਦੇ ਵਿੱਚ ਪ੍ਰੋਵੀਜ਼ਨ ਹੈ ਇਸ ਕਿਸਮ ਦੀ ਇੱਕ ਬਾਡੀ ਦੀ ਜਿਹੜੀ ਜਨਤਾ ਦੁਆਰਾ ਚੁਣੀ ਗਈ ਹੋਵੇ। ਇੱਕ ਨਾਰਾ ਜੋ ਤੁਸੀਂ ਕਹੋਗੇ ਸਾਡਾ ਨਾਰਾ ਹੈ ਇਸ ਵਾਰ ਦਾ ਇਲੈਕਸ਼ਨਾਂ ਦੇ ਵਿੱਚ, ਇਹ ਕੀ ਨਾਰਾ ਹੋਏਗਾ? ਆਪਣਾ ਘਰ ਪੱਕਾ ਰੋਜ਼ਗਾਰ, ਹਰ ਨਾਗਰਿਕ ਦਾ ਹੋ ਅਧਿਕਾਰ। ਕੈਂਪਸ ਦੇ ਵਿੱਚ ਤੁਸੀਂ ਜਾਣਦੇ ਹੋ ਜ਼ਿਆਦਾਤਰ ਦਰਸ਼ਕ ਪੰਜਾਬ ਯੂਨੀਵਰਸਿਟੀ ਦੇ ਨੇ, ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜੇ ਕੋਈ ਤੁਸੀਂ ਸਪੈਸ਼ਲ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਾਂ ਕਿੱਦਾਂ? ਦੇਖੋ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਜਿਹੜਾ ਹੁੰਦਾ ਹੈ ਇਹ ਪੰਜਾਬ ਯੂਨੀਵਰਸਿਟੀ ਦਾ ਬਾਈ ਡਿਫਾਲਟ ਸੈਨੇਟਰ ਵੀ ਹੁੰਦਾ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਹਾਂਗਾ ਐਜ਼ ਅ ਮੈਂਬਰ ਪਾਰਲੀਮੈਂਟ ਮੈਂ ਕਹਿਣਾ ਚਾਹੁੰਦਾ ਨੈਕਸਟ ਟਾਈਮ ਮੈਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜੇ ਜਿੱਤਦਾ ਤਾਂ ਘੱਟੋ ਘੱਟ ਚੰਡੀਗੜ੍ਹ ਕੈਂਪਸ ਦੇ ਅੰਦਰ, ਯੂਨੀਵਰਸਿਟੀ ਕੈਂਪਸ ਦੇ ਅੰਦਰ ਜਿਹੜੇ ਪੁਲਿਸ ਦੀ ਦਖਲਅੰਦਾਜ਼ੀ ਹੈ, ਜਿਹੜਾ ਐਡਮਿਨਿਸਟ੍ਰੇਸ਼ਨ ਦੀ ਇਸ ਕਿਸਮ ਦੀ ਦਖਲਅੰਦਾਜ਼ੀ ਹੈ, ਇਸ ਦੇ ਉੱਤੇ ਪੂਰਨ ਰੋਕ ਲਗਾਉਣ ਵਾਸਤੇ ਭਾਵੇਂ ਮੈਨੂੰ ਗੇਟ ਦੇ ਉੱਤੇ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਸਟੂਡੈਂਟਸ ਨੇ ਗੇਟ ਜਾਮ ਕਰਕੇ ਸਟੂਡੈਂਟਸ ਨੂੰ ਵਿਰੋਧ ਕਰਨਾ ਪਿਆ ਸੀ, ਮੈਂ ਇਹ ਗਰੰਟੀ ਕਰਦਾ ਕਿ ਅਗਲੀ ਵਾਰ ਜੇ ਮੈਂ ਜਿੱਤਦਾ ਤਾਂ ਜਿੱਤਿਆ ਹੋਇਆ ਐਮਪੀ ਜਿਹੜਾ ਹੈਗਾ ਉਹ ਤੁਹਾਡੇ ਨਾਲ ਗੇਟ ਦੇ ਉੱਤੇ ਬੈਠਾ ਇਸ ਗੱਲ ਦਾ ਵਿਰੋਧ ਕਰ ਰਿਹਾ ਹੋਏਗਾ। ਸੈਕਿੰਡ ਥਿੰਗ ਮੈਂ ਸਮਝਦਾ ਕਿ ਪੰਜਾਬ ਯੂਨੀਵਰਸਿਟੀ ਲਗਾਤਾਰ ਮੋਰ ਐਂਡ ਮੋਰ ਕਮਰਸ਼ੀਅਲਾਈਜ਼ ਹੁੰਦੀ ਜਾ ਰਹੀ ਹੈ।
ਪੰਜਾਬ ਯੂਨੀਵਰਸਿਟੀ ਦੇਖੋ ਬਹੁਤ ਵੱਡੇ ਰੀਜਨ ਨੂੰ ਕੈਟਰ ਕਰਦੀ ਹੈ, ਜਿਹਦੇ ਵਿੱਚੋਂ ਗਰੀਬ ਅਮੀਰ ਹਰ ਤਰ੍ਹਾਂ ਦਾ ਬੱਚਾ ਜਿਹੜਾ ਹੈਗਾ ਉਹ ਪੜ੍ਹਨ ਵਾਸਤੇ ਪੰਜਾਬ ਯੂਨੀਵਰਸਿਟੀ ਜਾਣਾ ਹੁੰਦਾ ਹੈ। ਕਾਲਜ ਦੀ ਫੀਸ, ਤੁਹਾਡੀ ਮੈਸ ਚਾਰजेस, ਅੱਜ ਤੱਕ ਮੈਸਾਂ ਜਿਹੜੀਆਂ ਨੇ ਠੇਕੇਦਾਰੀ ਸਿਸਟਮ ਦੇ ਉੱਤੇ ਚੱਲ ਰਹੀਆਂ ਨੇ, ਜਦੋਂ ਕਿ ਬਹੁਤ ਸਾਰੇ ਹੋਰ ਇੰਸਟੀਟਿਊਸ਼ਨਸ ਦੇ ਵਿੱਚ ਉਹ ਸਿਸਟਮ ਜਿਹੜਾ ਕੋਆਪਰੇਟਿਵ ਸਿਸਟਮ ਮੈਸ ਦਾ ਚਲਾਇਆ ਜਾਂਦਾ ਹੈ। ਕੋਆਪਰੇਟਿਵ ਸਿਸਟਮ ਦੇ ਉੱਪਰ ਵੀ ਓਵਰ ਐਂਡ ਅਬਵ ਵੀ ਇੱਕ ਸਬਸਿਡੀ ਹੈ ਜਿਹੜੀ ਯੂਨੀਵਰਸਿਟੀ ਨੇ ਆਪਣੀ ਗ੍ਰਾਂਟਸ ਦੇ ਵਿੱਚੋਂ ਦੇਣੀ ਹੁੰਦੀ ਹੈ। ਇਸ ਕਿਸਮ ਦੀ ਕੋਈ ਗੱਲ ਹੀ ਇੱਥੇ ਨਹੀਂ ਹੋ ਰਹੀ। ਇਹਦੇ ਉੱਤੇ ਸਾਨੂੰ ਸਖਤੀ ਨਾਲ ਗੱਲ, ਮੈਂ ਸਮਝਦਾ ਮੇਰਾ ਇਹ ਪ੍ਰਾਇੋਰਟੀ ਏਰੀਆ ਰਹੇਗਾ। ਦੂਜਾ, ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰਾ ਬੱਚਾ ਜਿਹੜਾ ਆਉਂਦਾ ਹੈ ਉਹ ਸ਼ੈਡਿਊਲਡ ਕਾਸਟ ਐਂਡ ਟ੍ਰਾਈਬ ਕੈਟੇਗਰੀ ਦੇ ਵਿੱਚੋਂ ਆਉਂਦਾ ਹੈ, ਉਹਨਾਂ ਦੀਆਂ ਸਕਾਲਰਸ਼ਿਪਸ ਦਾ ਸਵਾਲ ਹੈ। ਬਹੁਤ ਸਾਰੇ ਬੱਚੇ ਨੇ ਜਿਹੜੇ ਵੈਸੇ ਹੀ ਫਾਈਨੈਂਸ਼ੀਅਲੀ ਡਿਪਰਾਈਵਡ ਸੈਕਸ਼ਨ ਦੇ ਵਿੱਚੋਂ ਆਉਂਦੇ ਨੇ, ਫਾਈਨੈਂਸ਼ੀਅਲੀ ਵੀਕ ਨੇ ਪਰਿਵਾਰਕ ਤੌਰ 'ਤੇ, ਉਹਨਾਂ ਦੀਆਂ ਫੀਸਾਂ, ਉਹਨਾਂ ਦੇ ਉਹ ਸਾਰੇ ਸਵਾਲ ਨੇ। ਲੇਕਿਨ ਮੈਂ ਕਹਿੰਦਾ ਕਿ ਇਹਨਾਂ ਸਾਰਿਆਂ ਦੇ ਉੱਤੇ ਇੱਕ ਅੰਬਰੇਲਾ ਕੁਐਸਚਨ ਹੈ ਕਿ ਯੂਨੀਵਰਸਿਟੀ ਦਾ ਕੋਰਸ ਫੀਸ ਜਿਹੜੀ ਹੈ, ਜਿਹੜਾ ਸੈਲਫ ਸਪੋਰਟਿੰਗ ਕੋਰਸਿਸ ਦੇ ਵਿੱਚ ਡਾਇਵਰਟ ਕਰ ਰਹੇ ਨੇ, ਉਹਦੀ ਬਜਾਏ ਸੈਲਫ ਸਪੋਰਟਿੰਗ ਸਿਸਟਮ ਬੰਦ ਕਰਕੇ ਇਹਨੂੰ ਯੂਨੀਵਰਸਿਟੀ ਦੀ ਗ੍ਰਾਂਟਸ ਦੇ ਵਿੱਚੋਂ ਹੀ ਚਲਾਉਣ ਦੀ ਇਨਸ਼ੋਰਿਟੀ ਜਿਹੜੀ ਹੈ ਉਹ ਕਰਨੀ ਪਏਗੀ। ਮੇਰੀ ਇਹ ਪ੍ਰਾਇੋਰਟੀ ਹੋਏਗੀ। ਇਹਦੇ ਵਾਸਤੇ ਲਗਾਤਾਰ ਸੈਨੇਟ 'ਚ ਆਵਾਜ਼ ਉਠਾਉਂਦਾ ਰਹਾਂਗਾ ਅਤੇ ਮੈਂ ਤਾਂ ਇੱਥੋਂ ਤੱਕ ਕਰ ਸਕਦਾ, ਮੇਰੇ ਵਾਸਤੇ ਕੋਈ ਹਿਚਕ ਨਹੀਂ ਹੈ ਕਿ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਡਾਇਰੈਕਟਲੀ ਲੀਡ ਕਰਕੇ ਵੀ ਇਸ ਸਵਾਲ ਦੇ ਉੱਤੇ ਸਟਰਗਲ ਕਰਨ ਲਈ ਤਿਆਰ ਹੋਵਾਂਗਾ। ਸੋ ਇਹ ਮੈਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ, ਖਾਸ ਤੌਰ 'ਤੇ ਜਿਹੜੇ ਚੰਡੀਗੜ੍ਹ ਦੇ ਵੋਟਰਸ ਨੇ, ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਓ ਆਪਾਂ ਇੱਕ ਸਟੂਡੈਂਟਸ ਦੀ, ਇੱਕ ਯੂਥ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਐਟਲੀਸਟ ਪਾਰਲੀਮੈਂਟ 'ਚ ਇਸ ਵਾਰੀ ਭੇਜੀਏ, ਉਹ ਐਟਲੀਸਟ ਬੋਲ ਸਕੇ। ਮਤਲਬ ਯੰਗ ਹੋਣਾ ਸਿਰਫ ਮੈਂ ਨਹੀਂ ਕਹਿ ਰਿਹਾ, ਮੇਰੇ ਸਿਰਫ ਏਜ ਘੱਟ ਹੈ ਇਸ ਕਰਕੇ ਭੇਜ ਦਿਓ, ਇਹ ਨਹੀਂ ਮੈਂ ਕਹਿ ਰਿਹਾ। ਮੈਂ ਕਹਿ ਰਿਹਾ ਇਹਨਾਂ ਮੁੱਦਿਆਂ ਦੇ ਨਾਲ, ਇਸ ਅਪਰੋਚ ਦੇ ਨਾਲ ਅਸੀਂ ਜੁੜੇ ਹੋਏ ਹਾਂ, ਇਸ ਆਧਾਰ ਦੇ ਉੱਤੇ ਤੁਹਾਡੀ ਸਪੋਰਟ ਮੈਂ ਮੰਗਦਾ। ਇਹ ਸਨ ਕਮਲਜੀਤ ਜੀ, CPI ML ਦੇ ਉਮੀਦਵਾਰ, ਤੇ ਹੋਰ ਵੀ ਕੈਂਡੀਡੇਟਾਂ ਨਾਲ ਗੱਲ ਕਰਾਂਗੇ। ਬਣੇ ਰਹੋ ਕੈਂਪਸ TV ਤੇ, ਯੂ ਵਿਲ ਮਿਸ ਨਥਿੰਗ।